ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬ੍ਰਿਟੇਨ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਯਾਤਰਾ ਸਲਾਹ ਨੂੰ ਕੀਤਾ ਅਪਡੇਟ। ਆਸਟ੍ਰੇਲੀਆਈ ਸਰਕਾਰ ਨੇ ਕੌਮਾਂਤਰੀ ਯਾਤਰਾ ਤੋਂ ਪਾਬੰਦੀ ਹਟਾਉਣ ਦਾ ਲਿਆ ਫੈਸਲਾ। ਅਮਰੀਕਾ ਵਿੱਚ 7 ਲੱਖ ਤੋਂ ਪਾਰ ਹੋਏ ਕਰੋਨਾ ਮਰੀਜ਼ਾਂ ਦੀ ਗਿਣਤੀ। ਕੈਲੀਫੋਰਨੀਆ ਵਿੱਚ ਜ਼ਰੂਰੀ ਹੋਵੇਗੀ ਸਕੂਲੀ ਵਿਦਿਆਰਥੀਆਂ ਲਈ ਕੋਵਿਡ ਵੈਕਸੀਨ। ਦੁਨੀਆ 'ਚ ਲਗਾਤਾਰ ਘਟ ਰਹੇ ਨੇ ਕਰੋਨਾ ਦੇ ਮਾਮਲੇ। ਇਸ ਹਫ਼ਤੇ 10% ਤੱਕ ਆਈ ਕਮੀ। WHO। ਟੈਕਸਾਸ ਵਿੱਚ ਸਕੂਲ ਦੇ ਪ੍ਰਿੰਸੀਪਲ ਨੂੰ ਸਾਬਕਾ ਵਿਦਿਆਰਥੀ ਨੇ ਮਾਰੀ ਗੋਲੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਬ੍ਰਿਟੇਨ ਦੀ ਸਰਕਾਰ ਨੇ ਭਾਰਤ ਯਾਤਰਾ ਤੇ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਅਧਿਕਾਰਤ ਸਲਾਹ ਨੂੰ ਸ਼ਨੀਵਾਰ ਨੂੰ ਅਪਡੇਟ ਕੀਤਾ ਹੈ। ਇੱਕ ਦਿਨ ਪਹਿਲਾਂ ਹੀ ਭਾਰਤ ਨੇ ਬ੍ਰਿਟਿਸ਼ ਨਾਗਰਿਕਾਂ ਲਈ ਇਕਾਂਤਵਾਸ ਵਿੱਚ ਰਹਿਣ ਸੰਬੰਧੀ ਨਿਯਮ ਨਿਰਧਾਰਿਤ ਕੀਤੇ ਸਨ, ਜੋ ਸੋਮਵਾਰ ਨੂੰ ਪ੍ਰਭਾਵਿਤ 'ਚ ਆਉਣਗੇ। ਭਾਰਤ ਨੇ ਇਹ ਕਦਮ ਅੰਤਰਰਾਸ਼ਟਰੀ ਯਾਤਰਾ ਨੂੰ ਲੈ ਕੇ ਭਾਰਤੀਆਂ ਲਈ ਬ੍ਰਿਟੇਨ ਦੇ ਇਸ ਤਰ੍ਹਾਂ ਦੇ ਕਦਮ ਦੇ ਜਵਾਬ ਵਿੱਚ ਚੁੱਕਿਆ ਸੀ। ਬ੍ਰਿਟੇਨ ਦੀ ਸਰਕਾਰ ਨੇ ਇਸ 'ਚ ਕਿਹਾ ਸੀ ਕਿ ਉਹ ਇਸ ਮੁੱਦੇ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਦੇ ਕਰੀਬੀ ਸੰਪਰਕ ਵਿੱਚ ਹਨ। ਬ੍ਰਿਟੇਨ ਦੇ ਵਿਦੇਸ਼ ਰਾਸ਼ਟਰਮੰਡਲ ਅਤੇ ਵਿਕਾਸ ਕਾਰਜਕਾਰ ਵੱਲੋਂ ਜਾਰੀ ਅਪਡੇਟ ਯਾਤਰਾ ਸਲਾਹ 'ਚ ਕਿਹਾ ਗਿਆ ਹੈ ਕਿ ਸੋਮਵਾਰ ਤੋਂ ਬ੍ਰਿਟੇਨ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਉੱਥੇ ਪਹੁੰਚਣ ਦੇ 8ਵੇਂ ਦਿਨ ਵੀ ਕੋਵਿਡ-19 ਜਾਂਚ ਕਰਵਾਉਣੀ ਹੋਏਗੀ ਅਤੇ 10 ਦਿਨ ਤੱਕ ਲਾਜ਼ਮੀ ਇਕਾਂਤਵਾਸ ਵਿੱਚ ਰਹਿਣਾ ਹੋਏਗਾ। ਅੰਤਰਰਾਸ਼ਟਰੀ ਯਾਤਰਾ ਨੂੰ ਲੈ ਕੇ ਭਾਰਤੀਆਂ ਲਈ ਬ੍ਰਿਟੇਨ ਦੇ ਇਸ ਤਰ੍ਹਾਂ ਦੇ ਕਦਮ ਦੇ ਜਵਾਬ ਵਿੱਚ ਭਾਰਤ ਨੇ ਇਹ ਕਦਮ ਚੁੱਕਿਆ। ਬ੍ਰਿਟੇਨ ਦੀ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਭਾਰਤ ਵਿੱਚ ਦਾਖਲ ਹੋਣ ਲਈ ਨਿਯਮ ਤੈਅ ਕਰਨ ਅਤੇ ਉਹਨਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਭਾਰਤੀ ਅਧਿਕਾਰੀਆਂ ਦੀ ਹੈ। ਅਸੀਂ ਉਹਨਾਂ ਦੇ ਕਰੀਬੀ ਸੰਪਰਕ ਵਿੱਚ ਹਾਂ ਅਤੇ ਨਿਯਮਾਂ ਵਿੱਚ ਕੋਈ ਵੀ ਤਬਦੀਲੀ ਹੋਣ ਦੀ ਸਥਿਤੀ 'ਚ FCDO ਯਾਤਰਾ ਸਲਾਹ ਨੂੰ ਅਪਡੇਟ ਕੀਤਾ ਜਾਏਗਾ। ਨਵੀਂ ਸਲਾਹ ਵਿੱਚ ਕਿਹਾ ਗਿਆ ਹੈ ਕਿ ਭਾਰਤ ਜਾਣ ਵਾਲੀ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਤੇ ਪਹੁੰਚਣ ਅਤੇ 8 ਦਿਨ ਬਾਅਦ ਆਪਣੇ ਖਰਚ ਤੇ ਕੋਵਿਡ-19 ਸੰਬੰਧੀ RT-PCR ਜਾਂਚ ਕਰਾਉਣੀ ਹੋਏਗੀ ਅਤੇ 10 ਦਿਨ ਲਈ ਲਾਜ਼ਮੀ ਇਕਾਂਤਵਾਸ ਵਿੱਚ ਰਹਿਣਾ ਹੋਏਗਾ। ਆਸਟ੍ਰੇਲੀਆਈ ਸਰਕਾਰ ਨੇ ਲੰਬੇ ਸਮੇਂ ਤੋਂ ਬੰਦ ਪਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਇਹ ਜਾਣਕਾਰੀ ਦਿੱਤੀ। ਮੋਰਿਸਨ ਨੇ ਕਿਹਾ, ਉਹ ਸਮਾਂ ਆ ਗਿਆ ਹੈ ਕਿ ਲੋਕ ਮੁੜ ਪਹਿਲਾਂ ਵਾਲੀ ਜ਼ਿੰਦਗੀ ਜੀ ਸਕਣ। ਮੋਰਿਸਨ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਯਾਤਰਾ ਨੂੰ ਨਵੰਬਰ 'ਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਉਦੋਂ ਤੱਕ ਆਸਟ੍ਰੇਲੀਆ ਕੋਵਿਡ ਟੀਕਾਕਰਨ ਦੇ ਆਪਣੇ 80% ਟੀਚੇ ਤੱਕ ਵੀ ਪਹੁੰਚ ਜਾਏਗਾ। ਮੋਰਿਸਨ ਨੇ ਕਿਹਾ ਕਿ ਹਵਾਈ ਯਾਤਰਾ ਨੂੰ ਲੈ ਕੇ ਨਵੇਂ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰਨੀ ਹੋਏਗੀ, ਜੋ ਕਿ ਆਉਂਦੇ ਦਿਨਾਂ 'ਚ ਲਾਗੂ ਹੋਣਗੇ। ਇਸ ਦੇ ਲਈ ਇੱਕ ਖਾਕਾ ਤਿਆਰ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਦੇਸ਼ ਪਰਤਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਤੇ ਸਥਾਈ ਨਾਗਰਿਕਾਂ ਨੂੰ ਆਸਟ੍ਰੇਲੀਆ ਆਉਣ ਤੇ ਆਪਣੇ ਘਰ 'ਚ ਹੀ 7 ਦਿਨਾਂ ਦੇ ਲਈ ਇਕਾਂਤਵਾਸ ਕਰਨ ਤੇ ਵਿਚਾਰ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਹੋਟਲ ਜਾਂ ਸਰਕਾਰ ਵੱਲੋਂ ਅਧਿਕਾਰਤ ਸਥਾਨ ਤੇ ਹੀ 14 ਦਿਨਾਂ ਦਾ ਇਕਾਂਤਵਾਸ ਕੀਤਾ ਜਾਂਦਾ ਸੀ। ਆਉਂਦੇ ਦਿਨਾਂ 'ਚ ਨਿਊ ਸਾਊਥ ਵੇਲਸ ਤੇ ਸਾਊਥ ਆਸਟ੍ਰੇਲੀਆ ਇਸ ਬਾਬਤ ਇੱਕ ਪ੍ਰੀਖਣ ਵੀ ਸ਼ੁਰੂ ਕਰਨ ਜਾ ਰਹੇ ਨੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਆਉਣ ਵਾਲੇ ਤੇ ਆਸਟ੍ਰੇਲੀਆ ਤੋਂ ਜਾਣ ਵਾਲੇ ਨਾਗਰਿਕਾਂ ਨੂੰ ਆਸਟ੍ਰੇਲੀਆ ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਲਗਾਉਣੀ ਜ਼ਰੂਰੀ ਹੋਏਗੀ ਤੇ ਇਸ ਦਾ ਸਬੂਤ ਵੀ ਆਪਣੇ ਕੋਲ ਰੱਖਣਾ ਪਏਗਾ। ਮੋਰਿਸਨ ਨੇ ਭਾਰਤ ਦੀ ਵੈਕਸੀਨ ਕੋਵਿਸ਼ੀਲਡ ਨੂੰ ਆਸਟ੍ਰੇਲੀਆ 'ਚ ਮਾਨਤਾ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। ਅਮਰੀਕਾ ਵਿੱਚ ਵੱਡੀ ਪੱਧਰ ਤੇ ਚੱਲ ਰਹੀ ਕਰੋਨਾ ਵੈਕਸੀਨ ਮੁਹਿੰਮ ਦੇ ਬਾਵਜੂਦ ਕਰੋਨਾ ਮੌਤਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ਵਿੱਚ ਇਸ ਭਿਆਨਕ ਮਹਾਮਾਰੀ ਦੀ ਵਜ੍ਹਾ ਨਾਲ ਮਰਨ ਵਾਲੇ ਲੋਕਾਂ ਦੀ ਇਹ ਗਿਣਤੀ ਸ਼ੁੱਕਰਵਾਰ ਨੂੰ ਦਰਜ ਕੀਤੀ ਗਈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ ਇਹ ਅੰਕੜੇ 1918 ਦੀ ਫਲੂ ਮਹਾਮਾਰੀ ਨਾਲ ਹੋਈਆਂ ਮੌਤਾਂ ਨੂੰ ਕੱਟਣ ਦੇ ਬਾਅਦ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਸਾਹਮਣੇ ਆਇਆ ਹੈ। ਅੰਕੜਿਆਂ ਦੇ ਅਨੁਸਾਰ ਰਾਸ਼ਟਰੀ ਕੋਵਿਡ-19 ਮੈਟ੍ਰਿਕਸ ਦੁਆਰਾ ਗਿਰਾਵਟ ਦੇ ਸੰਕੇਤ ਦਿਖਾਉਣ ਦੇ ਬਾਵਜੂਦ ਲਗਭਗ 1500 ਅਮਰੀਕੀ ਹਰ ਦਿਨ ਵਾਇਰਸ ਨਾਲ ਮਰ ਰਹੇ ਨੇ। ਇਸ ਦੌਰਾਨ ਰੋਜ਼ਾਨਾ ਕੇਸਾਂ ਦਾ ਮੌਜੂਦਾ ਪੱਧਰ ਤਕਰੀਬਨ 1,17,625 ਕੇਸ ਪ੍ਰਤੀ ਦਿਨ ਹੈ, ਜਦਕਿ ਦੇਸ਼ ਵਿੱਚ ਮੌਤਾਂ ਦੀ ਗਿਣਤੀ 6 ਲੱਖ ਤੋਂ 7 ਲੱਖ ਤੱਕ ਸਿਰਫ 3 ਮਹੀਨਿਆਂ ਵਿੱਚ ਪਹੁੰਚ ਗਈ। CDC ਦੇ ਅੰਕੜਿਆਂ ਦੇ ਅਨੁਸਾਰ ਅਮਰੀਕਾ ਦੀ ਆਬਾਦੀ ਦੇ ਸਿਰਫ 56% ਹਿੱਸੇ ਦਾ ਹੀ ਪੂਰੀ ਤਰ੍ਹਾਂ ਕਰੋਨਾ ਟੀਕਾਕਰਨ ਕੀਤਾ ਗਿਆ ਹੈ। ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਸਕੂਲੀ ਵਿਦਿਆਰਥੀਆਂ ਲਈ ਕਰੋਨਾ ਵੈਕਸੀਨ ਦੀ ਜ਼ਰੂਰਤ ਲਾਗੂ ਕੀਤੀ ਜਾਏਗੀ, ਜਿਸ ਨਾਲ ਕੈਲੀਫੋਰਨੀ ਵਿਦਿਆਰਥੀਆਂ ਲਈ ਕੋਵਿਡ-19 ਟੀਕੇ ਲਾਜ਼ਮੀ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਜਾਏਗਾ।
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸ਼ੁੱਕਰਵਾਰ ਸਵੇਰੇ ਸੈਨ ਫਰਾਂਸਿਸਕੋ ਦੇ ਬਾਲਬੋਆ ਪਾਰਕ ਨੇੜਲੇ ਇਲਾਕੇ ਦੇ ਡੈਨਮੈਨ ਮਿਡਲ ਸਕੂਲ ਵਿੱਚ ਇਸ ਜ਼ਰੂਰਤ ਲਈ ਐਲਾਨ ਕੀਤਾ। ਗਵਰਨਰ ਅਨੁਸਾਰ ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਵੱਖੋ ਵੱਖਰੇ ਉਮਰ ਸਮੂਹਾਂ ਲਈ ਵੈਕਸੀਨ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੋਵਿਡ ਟੀਕਾ ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ਵਿੱਚ ਸਕੂਲ ਜਾਣ ਲਈ ਲੋੜੀਂਦੇ ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ। ਮੌਜੂਦਾ ਸਮੇਂ ਫਾਈਜ਼ਰ ਦੀ ਕੋਵਿਡ ਵੈਕਸੀਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ FDA ਦੁਆਰਾ ਮਨਜ਼ੂਰਸ਼ੁਦਾ ਹੈ, ਜਦਕਿ ਇਸ ਲਈ ਸਿਰਫ 12 ਤੋਂ 15 ਸਾਲ ਦੇ ਬੱਚਿਆਂ ਲਈ ਐਮਰਜੈਂਸੀ ਅਧਿਕਾਰ ਦਿੱਤੇ ਗਏ ਹਨ। FDA ਦੁਆਰਾ ਇਸ ਉਮਰ ਸਮੂਹ ਲਈ ਟੀਕੇ ਦੀ ਵਰਤੋਂ ਨੂੰ ਪੂਰਾ ਅਧਿਕਾਰ ਦਿੱਤੇ ਜਾਣ ਦੇ ਬਾਅਦ ਕੈਲੀਫੋਰਨੀਆ ਵਿੱਚ 7 ਤੋਂ 12 ਗ੍ਰੇਡ ਦੇ ਵਿਦਿਆਰਥੀਆਂ ਨੂੰ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਟੀਕੇ ਦੀ ਜ਼ਰੂਰਤ ਹੋਏਗੀ। ਇਸ ਦੇ ਇਲਾਵਾ ਸੂਬੇ ਵਿੱਚ ਕਿੰਡਰਗਾਰਟਨ ਤੋਂ 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੋਵਿਡ-19 ਟੀਕੇ ਦੀ ਲੋੜ ਉਦੋਂ ਹੀ ਹੋਵੇਗੀ ਜਦੋਂ FDA ਦੁਆਰਾ 5 ਤੋਂ 11 ਸਾਲ ਦੇ ਉਮਰ ਗਰੁੱਪ ਨੂੰ ਟੀਕੇ ਲਈ ਅੰਤਮ ਪ੍ਰਵਾਨਗੀ ਦਿੱਤੀ ਜਾਏਗੀ। ਹਾਲਾਂਕਿ ਇਸ ਜ਼ਰੂਰਤ ਤਹਿਤ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਡਾਕਟਰੀ ਛੋਟਾਂ ਦਿੱਤੀਆਂ ਜਾਣਗੀਆਂ। विश्व सेहत संगठन ने कहा है कि दुनिया कोरोना संक्रमण के मामले लगातार घट हो रहे हैं। WHO ने दस्सिया है कि हफ्ते कोविड-19 मामलों ते मौतों की गिनती काफ़ी गिरावट आई है। विश्व संगठन अनुसार दक्षिणी पूर्व एशियाई खेतर पिछले 2 महीनों कोरोना के मामले ते मौत दोवें घटनावां घट आई है। इस हफ्ते जारी किए गए कोविड-19 महामारी विज्ञान अपडेट विच कहा गया है कि 20 तो 26 सितंबर दौरान 33 लाख तो ज्यादा नवे मामले ते 55,000 तो ज्यादा मौतां दर्ज कीतियां गईयां, जो इस नाल पिछले हफ्ते की तुलना च 10% घट है। उन्होंने दस्सिया कि उच्च पद्धर ते कोविड-19 मामलों ते मौतां की गिनती विच गिरावट जारी है। नवे मामलों में सब तो ज्यादा कमी पूर्वी मैडिटेरियन खेतर तो दर्ज की गई। इस तो बाद पश्चिमी खेतर, अमेरिका के खेतर ते दक्षिणी पूर्व एशिया च है। ਟੈਕਸਾਸ ਦੇ ਹਿਊਸਟਨ ਵਿੱਚ ਇੱਕ ਪਬਲਿਕ ਚਾਰਟਰ ਸਕੂਲ ਦੇ ਇੱਕ ਸਾਬਕਾ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਕੈਂਪਸ ਦੇ ਪ੍ਰਿੰਸੀਪਲ ਨੂੰ ਸਵੇਰੇ 11:45 ਦੇ ਕਰੀਬ ਰਾਈਫਲ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। इस घटना बारे जानकारी दिंदियां ह्यूस्टन के पुलिस मुखी ट्रॉय फिनर ने दस्सिया कि 25 साल के एक व्यक्ति जो कि स्कूल का साबका विद्यार्थी सी ने यस प्रैप साउथ वेस्ट सैकेंडरी विखे एक बंद किए कच के दरवाजे राही प्रिंसीपल नूं गोली मारी, जबकि इस गोलाबारी विच किसी भी विद्यार्थी नूं सट नहीं लगी। पुलिस ने शुरू विच जख्मी की पछाण एक स्कूल कर्मचारी वजों कीती सी, पर बाद विच यस प्रैप चार्टर सिस्टम के एक बयान ने उसकी पछाण प्रिंसीपल एरिक एसिपनोजा वजों कीती। अधिकारियों अनुसार प्रिंसीपल नूं गोली लगन कारण हस्पताल विच भर्ती करवाया गया सी। पुलिस ने गोली चलाउण वाले दा नाम नहीं दस्सिया, पर कहा कि उसकी पछाण एक साबका विद्यार्थी वजों हुई है। पुलिस ने दस्सिया कि इस गोलाबारी के कारणों की जांच की जा रही है, जबकि हमला करने वाले ने पुलिस नूं आत्म समर्पण कर दिता सी। इस हादसे नाल स्कूल विच पढ़दे बच्चों के मापियां विच सहम पैदा हो गया है। US सेंटर्स फॉर डिसीज कंट्रोल एंड प्रिवेंशन की डायरैक्टर डॉक्टर रोशेल वालेंस्की ने शुक्रवार को कहा कि संयुक्त राज्य विच हफ्तावारी कोविड-19 के केस अते हस्पताल विच भर्ती पिछले हफ्ते के मुकाबले हुण 15% घट हैं। वैलेंस्की ने व्हाइट हाउस के एक ब्रीफिंग विच पत्रकारां नूं दस्सिया कि संयुक्त राज्य विच रोजाना औसतन 1,06,400 कोविड-19 के केस सन, जिन्हां विच 8300 हस्पताल विच दाखल होए अते 1,476 तो वध मौतां होईयां सन। 18 मार्च 2021 ਨੂੰ ਵਾਸ਼ਿੰਗਟਨ USA ਵਿੱਚ ਕੈਪੀਟਲ ਹਿੱਲ ਤੇ US ਸੈਨੇਟ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ ਦੀ ਸੁਣਵਾਈ ਦੌਰਾਨ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਡਾਕਟਰ ਰੋਸ਼ੇਲ ਵਾਲੈਂਸਕੀ ਨੇ ਜਾਣਕਾਰੀ ਦਿੱਤੀ। ਵਾਈਟ ਹਾਊਸ ਦੇ ਕੋਰੋਨਾ ਵਾਇਰਸ ਰਿਸਪੌਂਸ ਦੇ ਕੋਆਰਡੀਨੇਟਰ ਜੈਫ ਚਾਈਂਟਸ ਨੇ ਕਿਹਾ ਕਿ US ਵਿੱਚ ਅਗਲੇ 60 ਸਾਲਾਂ ਵਿੱਚ ਬਾਜ਼ਾਰ ਵਿੱਚ ਕੋਵਿਡ-19 ਰੈਪਿਡ ਕਿਟ ਟੈਸਟਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਦੇ ਰਾਹ ਤੇ ਹੈ। ਸਿਹਤ ਅਧਿਕਾਰੀਆਂ ਨੇ ਇਸ ਜਾਣਕਾਰੀ ਦਾ ਸਵਾਗਤ ਕੀਤਾ ਹੈ कि अमेरिकी दवाई निर्माता मर्क द्वारा विकसित की गई गोली उन्हां लोकां लई मरण जां हस्पताल विच दाखल होण दी संभावना नूं घट कर सकदी है जो गंभीर कोविड-19 के संक्रमण के जोखम ते हन, पर यह कदों मंजूर की जा सकती है इसकी सामरेखा प्रदान नहीं। डॉक्टर एंथनी फॉसी ने कहा कि इस विशेष एंटीवायरल की प्रभावशीलता की खबर स्पष्ट तौर पर बहुत चंगी खबर है। कंपनी ने जदों उन्होंने बीती रात सानू जानकारी दी सी ने जिक्र किया सी कि वह तुरंत अपना डेटा FDA नूं सौंपणगे। पाकिस्तान के गृह मंत्रालय ने देश के अशांत उत्तर पश्चिमी शहर पेशावर विच एक मशहूर सिख हकीम के कतल के मामले च खैबर
ਪਖਤੂਨਖਲਾ ਦੀ ਸੁਣਵਾਈ ਸਰਕਾਰ ਤੋਂ ਰਿਪੋਰਟ ਮੰਗੀ ਹੈ। ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਯੂਨਾਨੀ ਵਿਧੀ ਨਾਲ ਇਲਾਜ ਕਰਨ ਵਾਲੇ 45 ਸਾਲਾ ਹਕੀਮ ਸਰਦਾਰ ਸਤਨਾਮ ਸਿੰਘ ਵੀਰਵਾਰ ਨੂੰ ਆਪਣੇ ਕਲੀਨਿਕ ਵਿੱਚ ਸਨ। ਪੁਲਿਸ ਨੇ ਦੱਸਿਆ ਕਿ ਕੁਝ ਅਣਜਾਣ ਬੰਦੂਕਧਾਰੀ ਉਹਨਾਂ ਦੇ ਕੈਬਨਿਟ ਵਿੱਚ ਦਾਖਲ ਹੋਏ ਅਤੇ ਗੋਲੀਆਂ ਚਲਾਈਆਂ, ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਫਰਾਰ ਹੋਣ ਵਿੱਚ ਸਫਲ ਰਹੇ ਹਮਲਾਵਾਰਾਂ ਨੇ 4 ਵਾਰ ਗੋਲੀਬਾਰੀ ਕੀਤੀ। ਇੱਕ ਅਧਿਕਾਰੀ ਮੁਤਾਬਕ ਸੰਘੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਗ੍ਰਹਿ ਮੰਤਰਾਲਾ ਨੂੰ ਭੇਜ ਦਿੱਤੀ ਗਈ ਹੈ, ਜਦਕਿ ਪੁਲਿਸ ਨੇ ਆਪਣੀ ਜਾਂਚ ਦਾ ਦਾਇਰਾ ਵਧਾਇਆ ਹੈ। ਅਧਿਕਾਰੀਆਂ ਮੁਤਾਬਕ ਸਿੰਘ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਗਿਆ। ਸੂਬਾਈ ਪੁਲਿਸ ਮੁਖੀ ਮੁਹਜ਼ਮ ਸ਼ਾਹ ਅੰਸਾਰੀ ਨੇ ਸਿੰਘ ਦੀ ਰਿਹਾਇਸ਼ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ। ਇਸਲਾਮਿਕ ਸਟੇਟ ਦੇ ਅਫਗਾਨਿਸਤਾਨ ਸਹਿਯੋਗੀ ਸੰਗਠਨ ਇਸਲਾਮਿਕ ਸਟੇਟ ਖੁਰਾਸਨ ਨੇ ਪਿਸ਼ਾਵਰ ਵਿੱਚ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੈਨੇਡਾ ਦੇ ਵੈਨਕੂਵਰ 'ਚ ਲੰਘੇ ਸੋਮਵਾਰ ਵਾਪਰੇ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਡਰਾਈਵਰ ਚਰਨਜੀਤ ਪਰਹਾਰ ਦੀ ਮੌਤ ਹੋ ਗਈ। ਚਰਨਜੀਤ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਕੋਸਟ ਮਾਊਂਟੇਨ ਬੱਸ ਕੰਪਨੀ ਦਾ ਕਰਮਚਾਰੀ ਸੀ। ਉਸ ਦੀ ਮੌਤ ਤੇ ਸਾਰੀਆਂ ਬੱਸਾਂ ਤੇ ਸੀ ਬੱਸਾਂ ਦੇ ਡਰਾਈਵਰਾਂ ਨੇ ਦੁਪਹਿਰ 3 ਵਜੇ ਇੱਕ ਪਲ ਦਾ ਮੌਨ ਰੱਖਿਆ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਆਪਣੀ ਬੱਸ ਵਿੱਚ ਕੋਈ ਖਰਾਬੀ ਆਉਣ ਮਗਰੋਂ ਜਿਵੇਂ ਹੀ ਬਾਹਰ ਨਿਕਲਿਆ, ਇਸੇ ਦੌਰਾਨ ਦੂਜੀ ਬੱਸ ਕੋਲੋਂ ਲੰਘੀ ਉਸਨੇ ਉਸ ਨੂੰ ਦਰੜ ਦਿੱਤਾ। ਇਸ ਹਾਦਸੇ ਮਗਰੋਂ ਚਰਨਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਟਰਾਂਸਲਿਕ ਦੇ CEO ਕੇਵਿਨ ਕੁਇਨ ਨੇ ਕਿਹਾ ਹੈ ਕਿ ਮੈਂ ਇਸ ਮੁਸ਼ਕਲ ਸਮੇਂ ਦੌਰਾਨ ਕਰਮਚਾਰੀ ਦੇ ਸਹਿ ਕਰਮਚਾਰੀਆਂ, ਦੋਸਤਾਂ ਅਤੇ ਅਜ਼ੀਜ਼ਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਯੂਨੀਫੋਰ ਲੋਕਲ 111 ਦੇ ਪ੍ਰਧਾਨ ਬਲਬੀਰ ਮਾਹਨ ਨੇ ਕਿਹਾ ਕਿ ਯੂਨੀਅਨ ਵੱਲੋਂ ਕਿਸੇ ਵੀ ਵਿਅਕਤੀ ਨੂੰ ਸਹਾਇਤਾ ਉਪਲਬਧ ਹੈ ਜਿਸ ਨੂੰ ਇਸ ਦੀ ਲੋੜ ਹੈ। ਉਸ ਨੂੰ ਇੱਕ ਦਿਆਲੂ ਵਿਅਕਤੀ ਦੱਸਦੇ ਹੋਏ ਬੁੱਧਵਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਕੋਸਟ ਮਾਊਂਟੇਨ ਬੱਸ ਕੰਪਨੀ ਦੇ ਪ੍ਰਧਾਨ ਮਾਈਕਲ ਮੈਕਟਾਈਨੇਲ ਨੇ ਕਿਹਾ ਕਿ ਉਸ ਦੀ ਮੌਤ ਕਾਰਨ ਸਾਰੀ ਕੰਪਨੀ ਸੋਗ ਵਿੱਚ ਹੈ। ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪਹਿਲਾਂ ਖਰੀਦ ਦੀ ਤਾਰੀਖ ਵਧਾ ਦਿੱਤੀ, ਫਿਰ ਆੜ੍ਹਤੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਮੰਡੀ ਵਿੱਚ ਖਰੀਦ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਕਿਸਾਨਾਂ ਨੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਸਵੇਰੇ 12 ਵਜੇ ਤੋਂ ਧਰਨਾ ਦਿੱਤਾ, ਜਿਸ ਦੇ ਸਿੱਟੇ ਵਜੋਂ ਸੂਬਾਈ ਸਰਕਾਰ ਨੇ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਰਾਤ 8 ਵਜੇ ਧਰਨਾ ਸਮਾਪਤ ਕਰ ਦਿੱਤਾ। ਆੜ੍ਹਤੀਆਂ ਨੇ ਵੀ ਐਤਵਾਰ ਤੋਂ ਝੋਨਾ ਖਰੀਦਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਝੋਨੇ ਦੀ ਖਰੀਦ ਵਿੱਚ ਦੇਰੀ ਕਾਰਨ ਨਾਰਾਜ਼ ਕਿਸਾਨ DC ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ, ਪਰ 2 ਅਕਤੂਬਰ ਨੂੰ ਉਪ ਮੁੱਖ ਮੰਤਰੀ OP ਸੋਨੀ ਦੀ ਕੋਠੀ ਵਿੱਚ ਪਹੁੰਚ ਗਏ ਸਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਐਤਵਾਰ ਨੂੰ ਝੋਨੇ ਦੀ ਖਰੀਦ ਸਹੀ ਢੰਗ ਨਾਲ ਸ਼ੁਰੂ ਨਾ ਹੋ ਸਕੀ ਤਾਂ ਕਿਸਾਨਾਂ ਦਾ ਧਰਨਾ ਮੁੜ ਸ਼ੁਰੂ ਹੋ ਜਾਏਗਾ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਹੋਵੇ ਜਾਂ ਫਿਰ ਸੂਬਾ ਸਰਕਾਰ, ਦੋਵੇਂ ਹੀ ਕਿਸਾਨਾਂ ਪ੍ਰਤੀ ਗੰਭੀਰ ਨਹੀਂ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਬੁਲਾਰੇ ਜਤਿੰਦਰ ਸਿੰਘ ਸ਼ੀਨਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਨੂੰ ਤਬਾਹ ਕਰਨ ਤੇ ਤੁਲੀ ਹੈ ਅਤੇ ਹੁਣ ਸੂਬਾ ਸਰਕਾਰ ਵੀ ਉਸ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ। ਸ਼ਨੀਵਾਰ ਨੂੰ 1 ਘੰਟਾ ਭਾਰੀ ਮੀਂਹ ਕਾਰਨ ਲੱਖਾਂ ਰੁਪਏ ਦਾ ਝੋਨਾ ਅਨਾਜ ਮੰਡੀਆਂ ਵਿੱਚ ਰੁੜ ਗਿਆ। ਅਰੀਜ਼ੋਨਾ ਵਿੱਚ ਫਿਨਿਕਸ ਹਵਾਈ ਅੱਡੇ ਦੇ ਨੇੜੇ ਉਡਾਣ ਦੌਰਾਨ ਹੈਲੀਕਾਪਟਰ ਅਤੇ ਇੱਕ ਛੋਟੇ ਜਹਾਜ਼ ਵਿਚਾਲੇ ਟੱਕਰ ਦੇ ਬਾਅਦ ਹੈਲੀਕਾਪਟਰ ਇੱਕ ਮੈਦਾਨ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਸ ਸਮੇਂ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਟੱਕਰ ਦੇ ਬਾਅਦ ਜਹਾਜ਼ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਰ ਗਿਆ ਤੇ ਉਸ ਵਿੱਚ ਸਵਾਰ ਫਲਾਈਟ ਇੰਸਟ੍ਰਕਟਰ ਅਤੇ ਸਿਖਲਾਈ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਸਰਜੈਂਟ ਜੇਸਨ ਮੈਕਮਿਨਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਚੈਂਡਲਰ ਸ਼ਹਿਰ ਵਿੱਚ ਇਹ ਹਾਦਸਾ ਵਾਪਰਿਆ। ਉਹਨਾਂ ਨੇ ਕਿਹਾ ਕਿ ਜ਼ਮੀਨ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਹਵਾਈ ਅੱਡਾ ਕਈ ਘੰਟੇ ਤੱਕ ਬੰਦ ਰਿਹਾ। ਚੈਂਡਲਰ ਨੇ ਫਾਇਰ ਵਿਭਾਗ ਨੂੰ ਸਵੇਰੇ 8 ਵਜੇ ਹਵਾਈ ਅੱਡੇ ਨੇੜੇ ਹਾਦਸੇ ਦੀ ਸੂਚਨਾ ਮਿਲੀ। ਫਾਇਰ ਵਿਭਾਗ ਨੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਹੈਲੀਕਾਪਟਰ ਵਿੱਚ ਅੱਗ ਲੱਗ ਗਈ, ਪਰ ਜਲਦੀ ਹੀ ਇਸ ਅੱਗ ਤੇ ਕਾਬੂ ਪਾ ਲਿਆ ਗਿਆ। ਫਾਇਰ ਫਾਈਟਰਸ ਨੇ ਮਲਬੇ ਵਿੱਚੋਂ 2 ਲਾਸ਼ਾਂ ਕੱਢੀਆਂ। ਮਰੀਕੋਪਾ ਕਾਉਂਟੀ ਦਾ ਮੈਡੀਕਲ ਜਾਂਚ ਦਫ਼ਤਰ ਦੋਵੇਂ ਲਾਸ਼ਾਂ ਦੀ ਪਛਾਣ ਕਰੇਗਾ। ਚੈਂਡਲਰ ਪੁਲਿਸ ਦੇ ਮੈਕਲੇਮਸ ਮੁਤਾਬਕ ਹੈਲੀਕਾਪਟਰ ਦਾ ਸੰਚਾਲਨ ਕੁਆਂਟਮ ਹੈਲੀਕਾਪਟਰ ਅਤੇ ਜਹਾਜ਼ ਦਾ ਸੰਚਾਲਨ ਫਲਾਈਟ ਆਪਰੇਸ਼ਨਜ਼ ਅਕੈਡਮੀ ਕਰ ਰਹੀ ਸੀ। ਫਲਾਈਟ ਆਪਰੇਸ਼ਨਜ਼ ਅਕੈਡਮੀ ਦੇ ਮਾਲਕ ਰਿਚਰਡ ਬੈਨਗੋਆ ਨੇ ਦੱਸਿਆ ਕਿ 4 ਸੀਟਾਂ ਵਾਲੇ ਜਹਾਜ਼ ਦਾ ਇਸਤੇਮਾਲ ਸਿਖਲਾਈ ਉਡਾਣਾਂ ਲਈ ਹੁੰਦਾ ਹੈ। ਘਟਨਾ ਦੇ ਸਮੇਂ ਜਹਾਜ਼ ਵਿੱਚ ਸਿਰਫ 2 ਲੋਕ ਸਵਾਰ ਸਨ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ। संयुक्त राष्ट्र अगले महीने तालिबान के उस सूचना पत्र की समीक्षा करेगा जिस विच उसने सुहेल शाहीन नूं इस संगठन विच अफगानिस्तान के राजदूत वजों नामजद करन बारे जानकारी दी है।
संयुक्त राष्ट्र आम इजलास के 76वें सैशन के प्रधान अब्दुल्ला शाहिद ने कहा कि संयुक्त राष्ट्र की कमेटी इस संबंधी एक रिपोर्ट पेश करेगी कि संगठन विच काबुल की नुमाइंदगी किसनूं करनी चाहिए है। इस तो बाद संयुक्त राष्ट्र इस मामले उत्ते कोई फैसला लेगा। एक कमेटी आम तौर पर नवंबर विच बैठक करती है, दिसंबर विच रिपोर्ट पेश की जाती है। इस वेले स्वीडन कमेटी का चेयरमैन है ते उन्हां आस जताई है कि स्वीडन तय समय उत्ते तालिबान के प्रमाण पत्र नूं देखेगा। अफगानिस्तान के जलालाबाद शहर में शनिवार को बंदूकधारियों ने 2 तालिबान लड़ाकियां ते 2 नागरिकों की गोली मार के हत्या कर दी। तालिबान के एक अधिकारी ने जानकारी दी। नंगरहार सूबे के सभ्याचारक अधिकारी मोहम्मद हनीफ ने कहा है कि इस हमले में 2 होर लोग जख्मी भी हो गए। तत्काल किसी ने भी हमले की जिम्मेदारी नहीं ली। हालांकि तालिबान के विरोधी समूह इस्लामिक स्टेट की नंगरहार सूबे में मजबूत मौजूदगी है ਅਤੇ पूरब विच ISA ने तालिबान खिलाफ किए गए कई हमलों की जिम्मेदारी ली है। नंगरहार के खेतीबाड़ी विभाग के साबका बुलारा ने कहा कि हमले विच मारे गए नागरिकों की पछाण सायद मारूफ सादत और उसके रिश्तेदार शरीफ सादत के रूप में हुई है। इटली विच पंजाब की धी हरमनदीप कौर ने अपने दृढ़ इरादे ते अणथक मेहनत सदका सिर्फ 6 साल के थोड़े समय में ही वो कर दिखाया जिसनों पिछले 30 सालों तो इटली रहिंदे बंदे नहीं कर सके। इटली के जिला मानतोवा के कस्बा की रहन वाली पंजाबन हरमनदीप कौर करीब 6 साल पहला पंजाब तो इटली आई सी। बचपन तो ही पढ़ाई विच तेज हरमनदीप ने इटली आके सब तो पहला इटालियन भाषा विच पकड़ बनाई और बस का लाइसेंस प्राप्त कर लिया। 28 साल हरमनदीप कौर पंजाब के जिला रोपड़ के पिंड रंगियां की रहन वाली है। पंजाब विच MSc विच पोस्ट ग्रैजुएशन कर चुके हरमनदीप कौर ने इटली आके भी पढ़ाई जारी रखी है नौकरी के किते वजों बस ड्राइविंग नूं चुनिया, जिसलिए उसने BCD वर्गे लाइसेंस के टेस्ट पास किए, जिस तो बाद वो हुण बरेशिया विखे अरीवा ग्रुप विच पिछले 2 महीनों तो बतौर बस ड्राइवर की सेवा निभाउण लग पई है। पत्रकारां नाल गलबात करदिआं हरमनदीप कौर ने कहा कि मेहनत करन नाल हर मंजिल नूं पाया जा सकता है, बस इसलिए दृढ़ इरादिਆਂ की लोड़ हुंदी है। इत्थे यह भी दस्सणयोग है कि हरमनदीप कौर के पति जसप्रीत सिंह जो कि पिछले 8 सालों तो इटली विच रह रहे हैं, वो प्राइवेट तौर पर अपने भारतीय भाईचारे के लोगों नूं वख-वख लाइसेंस की पढ़ाई नूं इटालियन भाषा तो पंजाबी भाषा विच अनुवाद करके पढ़ाउंदे हन। हरमनदीप कौर इटली दी ओह पंजाबण है जो अज इटली विच जिस ऊंचाई ते पहुंच गई है, उसते पहुंचना इटली के बहुत भारतीय लोगों लिए सुपने के बराबर है, क्योंकि बेगाने देश और बेगानी बोली विच ही इंसान अगे बढ़ सकता है जो पंजाब तो आउण समय अपने नाले वादा करके आउंदा है कि कुछ भी हो जाए पर अपनी मंजिल नूं अपने बलबूते नाल ही पाउणा है। अज के समय विच फ्यूल लोगों की जिंदगी का अहम हिस्सा बन गया। पेट्रोल ते डीजल वर्गे फ्यूल एक समय बाद खत्म हो जाएंगे ते इन्हां दे दोबारा बनन विच काफ़ी समा लगेगा। इस वजह नाल लोग अल्टरनेटिव तरीके नाल इस्तेमाल ज़्यादा करन लगे ने। इस विच सोलर ते थर्मल एनर्जी आज शामिल है। इस विचकार अजे यूके च तेल की कमी दीआं खबरां सामने आ रही ने। सोशल मीडिया ते लंडन च रहन वाली एक औरत दे नाल पेट्रोल की कमी के कारण हो जो होया वो चर्चा बन गया। लंडन च रहने वाली 34 साल की जेनी ने सोशल मीडिया ते कार की टैंकी फुल करवाउण की खबर शेयर की। उसने कमी दौरान महंगा पेट्रोल भरवाउण का दिखावा लोगों के सामने किया, पर उसने कदे भी नहीं सोचा सी कि इसका अंजाम की होएगा। दरअसल लंडन च तेल की कमी के कारण दिक्कतां चल रही ने। इस विचकार जेनी ने 4300 रुपए का पेट्रोल अपनी कार च भरवाया। नाल ही शो ऑफ करने लिए इसनूं फेसबुक ते भी शेयर कर दिता। इस दे अगे जो होया उसकी किसी ने कल्पना भी नहीं की सी। चोरां ने जेनी दी कार दे फ्यूल बॉक्स चो 2 छेक करके तेल चोरी कर लिया। जेनी ने पेट्रोल भरवा के इसकी जानकारी फेसबुक ते शेयर की। इस तो बाद उसने कार नूं पार्किंग च लगा दिता। शाम नूं जदों अपने बेटे दे नाल वॉक तो वापस आई तो अपनी कार नूं देख के हैरान रह गई। जेनी ने देखा कि किसी ने उसकी फोर्ड दी टैंकी चों 2 शेक करके सारा तेल चोरी कर लिया सी। जेनी ने तुरंत इसकी जानकारी पुलिस नूं दित्ती है। पुलिस ने मामले की जांच करते हुए उसके गुआंढी के घर लगे CCTV नूं देखा। इस च उन्होंने पाया कि 2 लोग आके उसकी कार चों पेट्रोल चोरी कर रहे हैं। किसी भी तरह की सर्जरी विच घबराहट होना बहुत आम गल है। लोग डर की वजह नाल रोंदे भी ने, पर कि तुसीं कदे सोचा है कि सर्जरी दौरान रोण कारण मरीज तो वाधू पैसे वसूले गए होण। दरअसल अमेरिका तो एक अजीब मामला सामने आया। महिला मुताबक हस्पताल वल्लों उसनों तिल हटाउण की सर्जरी दौरान रोण के पैसे वसूले गए।
ਮਹਿਲਾ ਨੇ ਟਵਿੱਟਰ ਤੇ ਸਬੂਤ ਦੇ ਤੌਰ ਤੇ ਬਿੱਲ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਸਾਫ਼ ਦੇਖਿਆ ਗਿਆ ਹੈ ਕਿ ਮਹਿਲਾ ਤੋਂ $11 ਕਰੰਸੀ ਮੁਤਾਬਕ ਕਰੀਬ 800 ਰੁਪਏ ਸਿਰਫ ਬਰੀਫ ਇਮੋਸ਼ਨਸ ਜਾਨੀ ਰੋਣ ਲਈ ਵਸੂਲ ਕੀਤੇ ਗਏ ਹਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰਿੰਦਰ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।